25 ਦਸੰਬਰ 2023 ਦਾ ਮੇਰੇ ਭਾਈ ਜਿਹੜੇ ਨੇ ਸ਼ੇਖ ਸ਼ਹਿਕਾਦ ਅਸਲਮ ਸਾਹਿਬ ਸਾਬਕਾ ਨਾਜ਼ਮ ਨੇ ਨਾਇਬ ਨਾਜ਼ਮ ਪੰਜਾਬ ਤੋਂ, ਉਹਨਾਂ ਨੂੰ ਅਗਵਾ ਕਰ ਲਿਆ ਗਿਆ। ਡੀਐਸਪੀ ਸਾਹਿਬ ਕੋਲ ਗਏ ਆ, ਡੀਪੀਓ ਸਾਹਿਬ ਕੋਲ ਗਏ ਆ, ਉਹਨਾਂ ਕੋਲ ਜਾ ਕੇ ਰਿਕੁਐਸਟ ਕੀਤੀ, ਮੈਂ ਐਪਲੀਕੇਸ਼ਨ ਦੇਣ ਦੀ ਕੋਸ਼ਿਸ਼ ਕੀਤੀ, ਉਹਨਾਂ ਮੇਰੀ ਐਪਲੀਕੇਸ਼ਨ ਨਹੀਂ ਲਈ। ਕੰਪਲੇਂਟ ਸੈੱਲ ਤੇ ਆਈਜੀ ਸਾਹਿਬ ਨੂੰ ਕੰਪਲੇਂਟ ਕੀਤੀ, ਉਹਦੇ 'ਚ ਮੇਰੀ ਉਹਨਾਂ ਇਨਕੁਆਇਰੀ ਲਾਤੀ ਉੱਥੇ ਡੀਐਸਪੀ ਸਾਹਿਬ ਕੋਲ। ਜਿਸ ਤਰ੍ਹਾਂ ਉਹ ਉੱਥੇ ਇਨਕੁਆਇਰੀ ਹੋਈ ਹੈ, ਜੋ ਉਹਦਾ ਤਰੀਕਾਕਾਰ ਹੈ, ਉਹਦੇ ਤੋਂ ਮੈਨੂੰ ਸਖਤ ਨਾਉਮੀਦੀ ਹੋਈ। ਮੇਰੀ ਕੋਈ ਦਾਦਰਸੀ ਨਹੀਂ ਹੋ ਰਹੀ, ਨਾ ਸਾਨੂੰ ਪਤਾ ਚੱਲ ਰਿਹਾ ਕਿ ਉਹਨਾਂ ਨੂੰ ਕੌਣ ਕਿੱਥੇ ਰੱਖਿਆ ਗਿਆ। ਪੁਲਿਸ ਨੇ ਸਰੇਆਮ ਸਭ ਦੇ ਸਾਹਮਣੇ 50 ਕੈਂਚੀ ਚੌਕ ਤੋਂ ਉਹਨਾਂ ਨੂੰ ਜ਼ੇਰੇ ਹਿਰਾਸਤ ਕੀਤਾ ਔਰ ਉੱਥੇ ਲੈ ਕੇ ਗਾਇਬ ਹੋ ਗਏ। ਇਹ ਸਾਰਾ ਮਾਮਲਾ ਜਿਹੜਾ ਇਹ ਸਾਲਕ ਹੁਸੈਨ ਸਾਹਿਬ ਦੇ ਕਰਾ ਰਹੇ ਨੇ, ਕਿਉਂਕਿ ਉਹਨਾਂ ਆਪਣੀ ਸਿਆਸੀ ਹਮਾਇਤ ਹਾਸਲ ਕਰਨ ਵਾਸਤੇ ਸਾਡੇ ਨਾਲ ਪਹਿਲੇ ਵੀ ਕੁਝ ਅੰਡਰਗਰਾਊਂਡ ਰਾਬਤੇ ਕੀਤੇ ਨੇ, ਜਿਹਨੂੰ ਅਸੀਂ ਡਿਨਾਈ ਕੀਤਾ। ਪੂਰਾ ਸਾਲ ਹੋ ਗਿਆ ਕਿ ਸਾਨੂੰ ਮੁਖਤਲਿਫ ਤਰੀਕਿਆਂ ਨਾਲ ਪ੍ਰੈਸ਼ਰਾਈਜ਼ ਕਰ ਰਹੇ ਨੇ। ਕਦੀ ਮੇਰੀ ਮਾਰਕੀ ਅਲ-ਸ਼ੇਖ ਮਾਰਕੀ, ਉਹਨੂੰ ਸੀਲ ਕਰਵਾ ਦਿੱਤਾ। ਇੰਤਜ਼ਾਮੀਆਂ ਔਰ ਪੁਲਿਸ ਦੇ ਜ਼ਰੀਏ ਹਰ ਉਹ ਹਥਕੰਡਾ ਇਸਤੇਮਾਲ ਕਰ ਰਹੇ ਨੇ ਜਿਹਦੇ 'ਚ ਉਹ ਸਾਨੂੰ ਪ੍ਰੈਸ਼ਰਾਈਜ਼ ਕਰਕੇ, ਥ੍ਰੈਟ ਕਰਕੇ ਤੇ ਸਿਆਸੀ ਹਮਾਇਤ ਹਾਸਲ ਕਰ ਸਕਣ। ਇਸ ਤਰ੍ਹਾਂ ਦੀ ਸਿਆਸਤ ਨਾ ਅਸੀਂ ਪਹਿਲੇ ਵੇਖੀ, ਨਾ ਇਹਦੇ ਕਾਇਲ ਹਾਂ। ਮੇਰੇ ਭਾਈ ਬਲੱਡ ਕੈਂਸਰ ਦੇ ਪੇਸ਼ੈਂਟ ਨੇ, ਉਹਨਾਂ ਨੂੰ 21 ਦਿਨ ਹੋ ਗਏ ਨੇ ਅੱਜ ਇਹਨਾਂ ਗਾਇਬ ਕੀਤੇ ਹੈ। ਨਾ ਡਾਕਟਰ ਹੈ, ਨਾ ਮੈਡੀਸਨ ਹੈ, ਨਾ ਕੋਈ ਗੱਲ ਹੈ। ਉਹਨਾਂ ਦੀ ਜ਼ਿੰਦਗੀ ਨੂੰ ਸਖਤ ਖਤਰਾ ਲਾ ਕੇ ਉਹਨਾਂ ਦੇ ਡਾਕਟਰ ਜਿਹੜੇ ਨੇ ਮੈਨੂੰ ਬਾਰ-ਬਾਰ ਕਾਲ ਕਰਦੇ ਨੇ ਕਿ ਉਹਨਾਂ ਨੂੰ ਤੁਸੀਂ ਔਨ ਬੋਰਡ ਲੈ ਕੇ ਆਓ, ਜਾਂ ਕਮ ਸੇ ਕਮ ਉਹਨਾਂ ਨਾਲ ਸਾਡਾ ਰਾਬਤਾ ਕਰਾਓ, ਉਹਨਾਂ ਦੇ ਟੈਸਟ ਵਗੈਰਾ ਕਰਨੇ ਨੇ, ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ। ਲੇਕਿਨ ਇਹ ਫਿਰ ਵੀ ਸਾਡੇ ਨਾਲ ਕੋਈ ਤਾਮਨ ਨਹੀਂ ਕਰ ਰਿਹਾ। ਅਗਰ ਉਹਨਾਂ ਨੂੰ ਕਿਸੇ ਵੀ ਸੂਰਤ 'ਚ ਕੁਝ ਤਕਲੀਫ ਪਹੁੰਚੀ ਜਾਂ ਕੋਈ ਵੀ ਉਹਨਾਂ ਦਾ ਨੁਕਸਾਨ ਹੋਇਆ ਤੇ ਉਹਦੇ ਬਾਅਦ ਜ਼ਿੰਮੇਦਾਰ ਸਾਲਕ ਸਾਹਿਬ, ਪੰਜਾਬ ਪੁਲਿਸ ਦੇ SHO ਗੁੰਜਾ ਅਨਵਰ ਸਰਲਾ ਹੋਏਗਾ, ਔਰ ਮੈਂ ਇਹਨਾਂ ਦਾ ਪਿੱਛਾ ਇਨਸ਼ਾਅੱਲਾ क़यामत तक करांगा। एडी सख्त ज्यादती और जुल्म की वजह समझन तो कासरा मैं क्या हर की वजह है कि पूरे डिस्ट्रिक्ट गुजरात च ये सारियां तंगियां, ये सारे प्रैशर ਜਿਹੜੇ ਨੇ ਸਾਡੇ ਵਾਸਤੇ ਹੀ ਨੇ। ਕਿਉਂ ਅਸੀਂ ਇੱਕ ਆਰਮੀ ਫੈਮਿਲੀ ਨਾਲ ਤਾਲੁਕ ਰੱਖਦੇ ਹਾਂ। ਸ਼ਬੀਰ ਸ਼ਰੀਫ ਸਾਹਿਬ ਨਿਸ਼ਾਨੇ ਅਦਰ, ਉਹਨਾਂ ਦੇ ਅਸੀਂ ਵਾਰਸ ਹਾਂ ਤੇ ਸਾਡੇ ਨਾਲ ਇਹ ਸਲੂਕ ਰਵਾ ਰੱਖਿਆ ਜਾ ਰਿਹਾ। ਕੁੱਲ ਇਹਦੀ ਵਜ੍ਹਾ ਸਮਝ ਨਹੀਂ ਆ ਰਹੀ ਕਿ ਆਖਰ ਇਹ ਕੋਈ ਬੰਦਾ ਕਿਉਂ ਨਹੀਂ ਇਹਦੇ ਤੇ ਕੋਈ ਐਕਸ਼ਨ ਲੈ ਰਿਹਾ। ਦੁਬਾਰਾ ਤੋਂ ਮੈਂ ਡੀਪੀਓ ਸਾਹਿਬ ਕੋਲ ਗਿਆ, लेकिन फिर भी मैंने उत्ते कोई मेरी सुनवाई नहीं हो रही। लिहाजा मेहरबानी करके मेरी अपील है IG साहब अगे, आर्मी चीफ अगे, कि सानू साडा जुर्म दसिया जाए तो कम से कम उन्होंने तिब्बी सहूलतां फराहम कीतियां जान ताकि वो अपना उन्हों का ट्रीटमेंट किया जा सके और उन्होंने बाजियाब कराया जाए। थ्रेट्स इस लेवल के तो नहीं थे जिस लेवल का एक्शन हुआ। ये सियासत, अब कोई भी बंदा मशीन तो नहीं है ना कि हमें कोई रिमोट कंट्रोल किसी के पास हमारा वो बटन दबाएगा तो हम इधर चले जाएंगे, ऐसे तो नहीं होता। हमारा जो ताल्लुक है वो चोरी परवेज हिसाब से है, चोरी मोनसला हिसाब से है। वो अब उनको इस तरह इस टाइम में छोड़ के किसी और साइड पे जाना हमारे लिए मुमकिन नहीं है। ये हमारे खानदान की रवायत ही नहीं है। और ये सालक साहब है जो जोर लगा रहे हैं, 1 साल हो गया लगा रहे हैं। इन्होंने हमारे ऊपर पर्चे कराए हैं जैली, हमारी मार्केटिंग कराई है। मेरी मार्की है अल-शेख मार्की नाम से, उधर बार बार हर चीज़ की इतनी चेकिंग होती है, हमारे कारोबार तबाह कर दिए हैं। लेकिन वो शायद उनको अंदाज़ा नहीं है इस चीज़ का कि वो जितना कर रहे हैं हम उतना ही उनको रिटेलिएट करेंगे इंशाल्लाह। ये इस तरह की सियासत और इस तरह वारदातें हमने पहले तो देखी नहीं है। ये नई चीज़ है, इसकी मजम्मत ही करना चाहिए सबको। मैं तो कोई पॉलिटिकल पर्सनालिटी नहीं हूँ, लेकिन वो मैंने तो इस तरह का कभी सुना भी नहीं है ये जो कर रहे हैं। और ये इन्होंने जिस तरीके से कर रहे हैं, इसका रिजल्ट इंशाल्लाह इनको मिलेगा और देंगे, अवाम भी देंगे, हम भी देंगे। वो जितना जोर लगाना चाहते हैं लगा लें। मैंने डिस्ट्रिक्ट लेवल पे जो अफसरान है उनसे रुजू किया, बार बार मैं उनके ऑफिस जा रहा हूँ, मेरी कोई एप्लीकेशन नहीं था ले रहा। फिर मैंने IG साहब को कंप्लेन की है 1787 पे, उन्होंने फिर इंक्वायरी लगाई है, लेकिन उसको भी फिर इन्होंने ऐसे ही अभी तक पेंडिंग ही रखा हुआ है। ना उधर कोई जवाब भेजा, ना मुझे कुछ बताते हैं। और ऊपर से जब भी जाता हूँ तो ऐसे 1 दिन 2 दिन 1 दिन 2 दिन ऐसा कहते रहते। नहीं, मेरी एप्लीकेशन ही नहीं ले रहे तो FIR कहाँ से होनी है? मैंने वो IG साहब को दी है। कोई मुकदमा नहीं है कभी भी, ना कोई हम जुर्म करते हैं। अगर करते हैं तो सामने लाया जाए, या कोई पुराने मुकदमात हैं तो फिर भी लाया जाए। देखिए वो तो जब थे वज़ीर दाखिला, वो तो सारी चीज़ें हमने तब फेस की हैं, लेकिन ये उस टाइम इस लेवल तक नहीं गया। लेकिन ये जो सालक साहब है ये अब इस सतह तक पहुँच गए हैं। यही दबाव है और क्या है। वो सियासी हमायत हासिल करना चाहते हैं, जो कि इस तरह तो कोई भेड़ बकरियाँ तो नहीं है ना, हम क्या करें। कोई जिधर वो कहें ऐसे चले जाओ, ऐसे चले जाओ, हमारा ताल्लुक ही नहीं है। 2 इलेक्शन शेख साहब ने उनके वाले साहब के लड़े हैं, 2002 और 2008। जो हम जितनी हमारी औकात थी उससे हमने बढ़ के उनका किया है, और ये हमें उस चीज़ की ये सिला दे रहे हैं। ये खुद उस टाइम अपने वालिद का इलेक्शन लड़ने आए नहीं थे गुजरात में, ना इनको देखा गया था। 2002 और 2008 के बिल्कुल 2008 में तो सारा इलेक्शन इनको देखा ही नहीं, उसके बाद भी नहीं कभी आए। 20 साल हो गए मुझे इनके घर जाते हुए, शेख साहब के साथ हम जाते नहीं, 20-22 साल से जा रहे हैं। सालक साहब से मुलाकात ही नहीं है कभी सलाम दुआ ही नहीं हुई, देखा ही नहीं कभी इनको। बाकी सब जो उनके थे वो दूसरे मिलते हैं, कज़न वगैरह, ये तो कभी मिले ही नहीं हमें। फैसला हमारा 9 से जी, हमारा फैसला वही है।
ہماری جدھر افیلیشن ہے ہم ادھر ہی ہیں انشاءاللہ. ہمارا بالکل ان کے ساتھ فیصلہ ہے, اور جتنا یہ پریشر ڈال رہے ہیں ہم اتنا پھر ادھر زور لگائیں گے, ہم ان کو روکیں گے نہیں. انور سرلا نے اٹھایا, CCTV فوٹیج ہے ہمارے پاس, اس سے سوال کرنا چاہیے نا وہ کہ وہ لے کے کدھر گیا. دیکھیں پولیس نے اٹھایا, یہ تو سب نے دیکھا ہے, گواہ موجود ہے. اگر تو مونس لائی صاحب کے حوالے سے یا شیش صاحب کے حوالے سے کوئی کرپشن کیس ہے, کوئی بدعنوانی نہیں ہے, تو وہ سامنے لائی جائے. ہمارا کھلا چیلنج آئے, آپ انکوائر کریں, چیک کریں, دیکھیں. وہ تعلق ہونا ایک الگ بات ہے, ہم بزنس پارٹنر نہیں ہیں ان کے. ہمیں یہ جو سزا دی جا رہی ہے یہ کس چیز کی دی جا رہی ہے؟ یہ ہمیں ہمارے خلاف اگر کوئی مقدمہ ہے, کوئی بدعنوانی ہے تو اس کو سامنے لائیں. اگر نہیں ہے تو پھر وہ انٹینشن تو سیاسی اسی لیے کہ وہ پہلے بھی بیک ڈور پریشر آ رہا تھا کہ آپ کریں, ایسا کریں, پولیس کی طرف سے بھی آیا. دیکھیں بازیاب ہونے کی بات ہے نا, بازیاب تو وہ اسی لیے انہوں نے کیا ہوا ہے. مجھے مطلب ہے کہ یہ رابطہ کیا میرے ساتھ 2-3 رابطے ہو, ٹھیک ہے, 2 میسیج ہیں, یہ تو کلیئر کٹ بات ہے نا, اس میں کوئی ابہام نہیں ہے. میں اس پہ فل کلیئر ہوں, یہ ان کی ماں پہ ہی ہوا ہے, اور یہ وہ ہمارا وہ جو ہے پولیٹیکل فیس چینج کرنا چاہتے ہیں, اپنی سائڈ پہ لے کے آنا چاہتے ہیں. یہ 100% میں اس پہ شور ہوں. نہیں, ملاقات نہیں ہوئی. شجاعت صاحب کا اس ٹائم جب خبر چلی ہے تو لاہور میں ہی تھے, وہ ان کی خیریت دریافت کرنے گئے ہیں, ملاقات نہیں ہوئی کسی. سالک صاحب ایک الگ چیز ہیں, وہ ان کی چھتری تلے آنا زیادہ ضروری ہے. وہ سالک صاحب کا ہی نام لیا جا رہا ہے. شجاعت صاحب سے اب کیا معاملات تھے شیخ صاحب کے, میں اس میٹنگ میں نہیں تھا اور مجھے اس کا آئیڈیا نہیں ہے. لیکن ابھی جو کرنٹ سنیریو ہے اس پہ میں بالکل کلیئر ہوں, اور یہی اس کے لب لباب ہے کہ سالک صاحب کی ہی ہدایت پر یہ سارا کام SHO کنجا انور سرلا نے کیا. اگر اس کو کوئی بھی نقصان ہوا تو اس کے ذمہ دار یہ دونوں افراد ہیں. بازیابی کا مطالبہ ضلعی انتظامیہ سے تو میں نا امید ہو چکا ہوں, کیونکہ یہ تو بات سننے کے مطلب قائل بھی نہیں ہے. تو میرا IG صاحب سے مطالبہ ہے, وزیر اعلیٰ پنجاب سے ہے, آرمی چیف سے ہے, کہ وہ ہمیں مطلب اگر ان پہ کوئی مقدمات ہیں تو ان کو عدالت میں پیش کیا جائے, ان کو سامنے لائیں, کم از کم ان کو میڈیکل فیسلٹی تو دیں نا. ہمیں پتہ تو نا ہم نے کس سے بات کرنی ہے, اور یہ جو باقی معاملات ہیں وہ اس کے ساتھ چلتے رہیں گے. پھر جو بھی صورتحال ہے اس کو عدالت میں آنا چاہیے اور اس کو منظر عام پہ لائیں. اگر آپ کے پاس اس کے خلاف کوئی ایویڈنس ہے, کوئی اس نے کیا ہے ایسا بلنڈر, تو وہ سب کے سامنے آ جائے گا. ہمارے اینڈ سے ہم شور ہیں کہ کوئی ایسا نہیں ہے, جو بھی ہونا ہے کوئی جھوٹا مقدمہ ہی بنانا ہے انہوں نے. ویسے پہلے تو کوئی چیز ہے ہی نہیں. انویسٹیگیٹ پورا سال ہو گیا یہ کر رہے ہیں, پہلے بھی انہوں نے کم انویسٹیگیشن نہیں کی ہے, لیکن کچھ ملتا نہیں ہے. کوئی ان کو ایسا مطلب چیز ملی نہیں ہے, تو یہ بس وہ آ گئے. پاس 2 گواہ ہیں موقع کے, اور اس کے علاوہ جو سائڈوں پہ جن کی دکانیں وغیرہ تھی CCTV فوٹیج ہے, جس میں دیکھا جا سکتا ہے کہ وہ اپنے تھے کیوں جائیں گے, پورے سال سے نہیں گئے تو ابھی کیوں جائیں گے. ابھی مطلب ایسا کوئی نیا کام تو نہیں ہوا, اور پارٹی بھی ہماری وہی ہے. وہ لے گئے ہیں ان کو پریشر ڈال کے. مجھے لگتا نہیں ہے وہ کہ وہ مانے گا ان کی بات, لیکن اگر وہ مان بھی جائے تو پھر بھی انشاءاللہ تعالی ہم ان کے ساتھ رہیں گے.